ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫਰੈਂਡਸ ਤੱਕ ਵਾਲੀਆਂ ਵੀਡੀਓਜ਼ ਪਹੁੰਚ ਸਕਣ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਆਦਿ ਕਾਲ ਦੀਆਂ ਪ੍ਰਮੁੱਖ ਵਾਰਾਂ। ਸੋ ਵੈਸੇ ਆਪਣੇ ਸਿਲੇਬਸ ਦੇ ਵਿੱਚ ਅਗਰ ਮਾਸਟਰ ਕੇਡਰ ਦੀ ਗੱਲ ਕਰੀਏ ਤਾਂ ਸਿਰਫ ਦੋ ਹੀ ਨੇ। ਇੱਕ ਨਜ਼ਾਬਤ ਦੀ ਵਾਰ ਹੈ ਜਿਹਨੂੰ ਆਪਾਂ ਦੂਸਰੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ, ਜਿਹਨੂੰ ਝੰਡੀ ਦੀ ਵਾਰ ਕਿਹਾ ਜਾਂਦਾ। ਸੋ ਇਹ ਦੋ ਵਾਰਾਂ ਨੇਗੀਆਂ ਸਿਲੇਬਸ ਦੇ ਵਿੱਚ, ਪਰ ਜਿਹੜਾ ਮਾਸਟਰ ਕੇਡਰ ਹੈ ਉਹਦੇ ਵਿੱਚ ਪਿਛਲੀ ਵਾਰ ਜਿਹੜਾ ਹੈ ਉਹ ਇਹਨਾਂ 12 ਤੋਂ ਜਿਹੜਾ ਮਤਲਬ ਕਿ ਦੋ ਮੈਂਸ਼ਨ ਕੀਤੀਆਂ ਉਸ ਤੋਂ ਬਾਹਰ ਆ ਗਿਆ ਸੀਗਾ ਕੁਐਸਚਨ। ਸੋ ਇਸ ਕਰਕੇ ਆਪਾਂ ਜੋ ਕੁਝ ਪ੍ਰਮੁੱਖ, ਹਾਲਾਂਕਿ ਛੋਟੇ ਛੋਟੇ ਟੌਪਿਕਸ ਨੇ, ਛੋਟੀਆਂ ਵਾਰਾਂ ਨੇ, ਸੋ ਉਹਨਾਂ ਨੂੰ ਸਮਝਾਂਗੇ ਤਾਂ ਕਿ ਜੇਕਰ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਸੋਲਵ ਕਰ ਸਕੋ, ਕਿਉਂਕਿ ਇਸ ਪ੍ਰਤੀ ਸੰਭਾਵਨਾ ਹੈ ਕਿ ਬਾਕੀ ਦੀਆਂ ਵਾਰਾਂ ਦੇ ਵਿੱਚੋਂ ਵੀ ਜਿਹੜਾ ਕੁਐਸਚਨ ਹੈ ਉਹ ਪੁੱਛਿਆ ਜਾ ਸਕਦਾ ਹੈ। ਸੋ ਇਹ ਤੁਹਾਨੂੰ ਮਾਸਟਰ ਕੇਡਰ NTA NET ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਸੈਸ਼ਨ ਦੇ ਵਿੱਚ ਕਿ ਕਿਹੜੀਆਂ ਵਾਰਾਂ ਕਿਹੜੇ ਕਾਲ ਦੇ ਵਿੱਚ ਕਿਸ ਨੇ ਲਿਖੀਆਂ ਨੇ, ਕੀ ਉਸ ਦੇ ਵਿੱਚ ਇੰਪੋਰਟੈਂਸ ਰਹੀ ਹੈ, ਕਿਸ ਨੂੰ ਬਿਆਨ ਕੀਤਾ ਗਿਆ ਹੈ। ਓਕੇ, ਸੋ ਫਸਟ ਗੱਲ ਕਰਦੇ ਹਾਂ ਕਿ ਆਦਿ ਕਾਲ ਦੀਆਂ ਕੁਝ ਪ੍ਰਮੁੱਖ ਵਾਰਾਂ ਜਿਹੜੀ ਕਿ ਆਦਿ ਕਾਲ ਦੇ ਦੌਰਾਨ ਰਚੀਆਂ ਗਈਆਂ ਸੀ। ਸੋ ਇਹਨਾਂ ਦੇ ਵਿੱਚ ਪਹਿਲੀ ਵਾਰ ਦਾ ਨਾਮ ਹੁੰਦਾ ਹੈ ਰਾਏ ਮਾਲ ਲਾਉਸ ਦੀ ਵਾਰ। ਸੋ ਇਸ ਵਾਰ ਦੇ ਵਿੱਚ ਰਾਏ ਕਲਾਮ ਅਤੇ ਉਸਦੇ ਭਤੀਜੇ ਮਾਓਜ਼ ਦੀ ਜਿਹੜੀ ਲੜਾਈ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ। ਇਹ ਚੀਜ਼ ਜ਼ਰੂਰ ਧਿਆਨ 'ਚ ਰੱਖਣਾ ਕਿ ਕਿਸ ਟੌਪਿਕ ਦੇ ਉੱਪਰ ਜਿਹੜੀ ਵਾਰ ਹੈ ਉਹ ਲਿਖੀ ਗਈ ਹੈ, ਕਿਉਂਕਿ ਅਕਸਰ ਇਸ ਨੂੰ ਲੈ ਕੇ ਕੁਐਸਚਨ ਆਉਂਦਾ ਹੁੰਦਾ ਹੈ। ਤਾਂ ਰਾਏ ਮਾਲ ਮਾਓਜ਼ ਦੀ ਵਾਰ ਜਿਹੜੀ ਹੈ ਉਸ ਦੇ ਵਿੱਚ ਰਾਏ ਕਲਾਮ ਅਤੇ ਉਸਦੇ ਭਤੀਜੇ ਮਾਓਜ਼ ਦੀ ਜਿਹੜੀ ਲੜਾਈ ਸੀ ਉਸ ਦਾ ਜਿਹੜਾ ਜ਼ਿਕਰ ਇਸ ਦੇ ਵਿੱਚ ਬਿਆਨ ਕੀਤਾ ਗਿਆ ਸੀ। ਗੁਰਮਤਿ ਕਾਵਿ ਦੇ ਵਿਚਲੀ ਗੌੜੀ ਦੀ ਵਾਰ ਮਹੱਲਾ ਚੌਥੇ ਨੂੰ ਇਸ ਵਾਰ ਦੀ ਧੁਨੀ 'ਤੇ ਗਾਉਣ ਦਾ ਜਿਹੜਾ ਉਪਦੇਸ਼ ਆ ਉਹ ਦਿੱਤਾ ਗਿਆ ਹੈਗਾ। ਠੀਕ ਹੈ, ਸੋ ਇਸ ਤੋਂ ਬਾਅਦ ਹੈ ਟੁੰਡੇ ਅਸਰਾਜੇ ਦੀ ਵਾਰ। ਸੋ ਇਹ ਵੀ ਕਾਫੀ ਇੰਪੋਰਟੈਂਟ ਹੈ। ਸੋ ਇਸ ਦੇ ਵਿੱਚ ਰਾਜੇ ਸਾਰੰਗ ਦੇ ਪੁੱਤਰ ਅਸਰਾਜ ਦੀ ਕਵਿਤਾ ਵਾਰਤਾ ਜਿਹੜੀ ਉਹ ਦਿੱਤੀ ਗਈ ਹੈ, ਜਿਸ ਨੂੰ ਮਤਰੇਈ ਮਾਂ ਦਾ ਪਿਆਰ ਨਾ ਕਬੂਲਣ ਦੇ ਕਾਰਨ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੁੰਦੀ ਹੈ। ਠੀਕ ਹੈ, ਸੋ ਇਸ ਕਾਰਨ ਕਰਕੇ ਇਹ ਵਾਰ ਜਿਹੜੀ ਉਹ ਪ੍ਰਸਿੱਧ ਰਹੀ ਹੈ, ਯਾਨੀ ਕਿ ਮੌਤ ਦੀ ਸਜ਼ਾ ਸਿਰਫ ਇਸ ਕਰਕੇ ਕਿ ਉਸ ਨੂੰ ਮਤਰੇਈ ਮਾਂ ਦਾ ਪਿਆਰ ਜਿਹੜਾ ਉਹ ਕਬੂਲ ਨਹੀਂ ਹੁੰਦਾ, ਯਾਨੀ ਕਿ ਕਬੂਲਦਾ ਨਹੀਂ ਹੈਗਾ। ਠੀਕ ਹੈ, ਔਰ ਆਸਾ ਦੀ ਵਾਰ ਮਹੱਲਾ ਪਹਿਲੇ ਨੂੰ ਇਸੇ ਵਾਰ ਦੀ ਧੁਨੀ 'ਤੇ ਗਾਉਣ ਦਾ ਜਿਹੜਾ ਹੈ ਉਹ ਉਪਦੇਸ਼ ਦਿੱਤਾ ਗਿਆ ਹੈ ਟੁੰਡੇ ਅਸਰਾਜੇ ਦੀ ਵਾਰ ਦੇ ਵਿੱਚ। ਨੈਕਸਟ ਹੈ ਸਿਕੰਦਰ ਇਬਰਾਹਿਮ ਦੀ ਵਾਰ। ਇਸ ਵਾਰ ਦੇ ਵਿੱਚ ਇਬਰਾਹਿਮ ਦਾ ਕਿਸੇ ਬ੍ਰਾਹਮਣ ਇਸਤਰੀ ਦੀ ਸੁੰਦਰਤਾ ਨੂੰ ਦੇਖ ਕੇ ਉਸਦੀ ਪਤ ਲੁੱਟਣ ਦਾ ਜਿਹੜਾ ਹੀਆ ਕਰਨਾ ਅਤੇ ਸਰਦਾਰ ਸਿਕੰਦਰ ਦਾ ਉਸ ਦੇ ਵਿਰੁੱਧ ਜੰਗ ਕਰਕੇ ਉਸ ਨੂੰ ਸਿੱਧੇ ਰਾਹ ਪਾਉਣਾ ਅਤੇ ਅਬਲਾ ਨੂੰ ਛੁਡਾਉਣ ਦਾ ਜਿਹੜਾ ਜ਼ਿਕਰ ਹੈ ਉਹ ਪੇਸ਼ ਕੀਤਾ ਗਿਆ ਹੈ। ਧਿਆਨ ਰੱਖਣਾ ਹੈ ਕਿ ਇਬਰਾਹਿਮ ਜਿਹੜਾ ਹੈ ਉਸ ਨੇ ਜਿਹੜਾ ਪਤਾ ਜਿਹੜਾ ਉਹ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਬਟ ਜਿਹੜਾ ਸਿਕੰਦਰ ਸੀ ਉਸ ਨੇ ਬਚਾਇਆ ਸੀਗਾ ਔਰ ਇਸਤਰੀ ਨੂੰ ਜਿਹੜਾ ਬਚਾ ਕੇ ਉਸਦਾ ਜਿਹੜਾ ਬਚਾਉਣ ਦਾ ਉਸਨੂੰ ਯਤਨ ਕੀਤਾ ਸੀ। ਗੁਜਰੀ ਦੀ ਵਾਰ ਮਹੱਲਾ ਤੀਜਾ ਨੂੰ ਇਸ ਵਾਰ ਦੀ ਧੁਨੀ ਦੇ ਉੱਪਰ ਗਾਉਣ ਦਾ ਉਪਦੇਸ਼ ਜਿਹੜਾ ਉਹ ਦਿੱਤਾ ਗਿਆ ਹੈਗਾ ਸਿਕੰਦਰ ਇਬਰਾਹਿਮ ਦੀ ਵਾਰ ਦੇ ਵਿੱਚ। ਚੌਥੀ ਵਾਰ ਹੈ ਲੱਲਾ ਬਹਿਲੀਮਾ ਦੀ ਵਾਰ। ਸੋ ਇਸ ਵਾਰ ਦੇ ਵਿੱਚ ਕਾਂਗੜੇ ਦੇ ਰਾਜਪੂਤ ਸਰਦਾਰਾਂ ਦੀ ਪਾਣੀ ਦੇ ਮਾਮਲੇ ਨੂੰ ਨਾ ਦੇਣ ਕਰਕੇ ਲੜਾਈ ਹੋਈ ਸੀਗੀ। ਠੀਕ ਹੈ, ਲੱਲਾ ਬਹਿਲੀਮਾ ਦੀ ਜਿਹੜੀ ਵਾਰ ਹੈ ਉਹਦਾ ਕਾਰਨ ਸੀ ਪਾਣੀ ਦਾ ਮਾਮਲਾ ਸੀਗਾ। ਸੋ ਇਸ ਕਰਕੇ ਇਹ ਕਾਂਗੜੇ ਦੇ ਰਾਜਪੂਤਾਂ ਦੇ ਸਰਦਾਰਾਂ ਦੇ ਵਿਚਕਾਰ ਲੜਾਈ ਹੋਈ ਸੀਗੀ। ਵਣਹੱਸ ਦੀ ਵਾਰ ਮਹੱਲਾ ਚੌਥਾ ਨੂੰ ਸਿਰੇਵਾਰ, ਠੀਕ ਹੈ, ਇਸੇ ਵਾਰ ਦੀ ਧੁਨੀ ਦੇ ਉੱਪਰ ਜਿਹੜਾ ਗਾਉਣ ਦਾ ਉਪਦੇਸ਼ ਆ ਉਹ ਦਿੱਤਾ ਗਿਆ ਹੈ। ਹਸਨੇ ਮਹਿਮਦ ਦੀ ਵਾਰ ਜਿਹੜੀ ਹੈ, ਸੋ ਇਸ ਵਾਰ ਦੇ ਵਿੱਚ ਰਾਜਪੂਤ ਸਰਦਾਰਾਂ ਦੀ ਆਪਸੀ ਈਰਖਾ ਦੇ ਕਾਰਨ ਹੋਈ ਲੜਾਈ ਦਾ ਜਿਹੜਾ ਵਰਣਨ ਮਿਲਦਾ ਹੈ। ਸੋ ਆਪਸ ਦੇ ਵਿੱਚ ਹੀ ਜਿਹੜਾ ਕਹਿ ਸਕਦੇ ਨਾ ਈਰਖਾ ਰਹਿੰਦੀ ਹੈਗੀ, ਅੱਗੇ ਦੁਸ਼ਮਣੀ ਵਾਲੀ ਜਿਹੜੀ ਕਹਿ ਸਕਦੇ ਹਾਂ ਪ੍ਰਵਿਰਤੀ ਹੁੰਦੀ ਹੈ। ਸੋ ਸਾਰੰਗ ਦੀ ਵਾਰ ਮਹੱਲਾ ਚੌਥੇ ਨੂੰ ਇਸੇ ਵਾਰ ਦੀ ਧੁਨ ਦੇ ਉੱਪਰ ਗਾਉਣ ਦਾ ਜਿਹੜਾ ਉਪਦੇਸ਼ ਆ ਉਹ ਦਿੱਤਾ ਗਿਆ ਹੈ।
ਨੈਕਸਟ ਹੈ ਮੂਸੇ ਦੀ ਵਾਰ। ਸੋ ਇਹ ਇੱਕ ਇੱਕ ਪੁਆਇੰਟ ਹੀ ਬਹੁਤ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਇਹੀ ਪੁੱਛਿਆ ਜਾਊਗਾ ਕਿ ਕਿਸ ਟੌਪਿਕ ਦੇ ਉੱਪਰ ਲੜਾਈ ਹੋਈ ਸੀ, ਕਦੋਂ ਹੋਈ ਸੀ, ਜਾਂ ਜਿਹਦੇ ਨਾਲ ਪੁੱਛਿਆ ਜਾਂਦਾ ਕਿ ਕਿਹਦੇ ਬਾਰੇ ਜੇ ਕਿਸ ਨੇ ਲਿਖੀ ਹੈ, ਉਹ ਆਪਾਂ ਅਗਲੇ ਜਿਹੜੀਆਂ ਉਹ ਮਿਲਣੀ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਨੈਕਸਟ ਹੈ ਮੂਸੇ ਦੀ ਵਾਰ। ਸੋ ਮੂਸੇ ਦੀ ਵਾਰ ਜਿਹੜੀ ਹੈ ਇਹ ਵਾਰ ਇਸ ਕਥਾ ਦੇ ਉੱਪਰ ਆਧਾਰਿਤ ਹੈ ਕਿ ਮੂਸੇ ਦੀ ਮੰਗੇਤਰ ਦਾ ਕਿਸੇ ਹੋਰ ਦੇ ਨਾਲ ਵਿਆਹ ਹੋ ਜਾਂਦਾ ਹੈ, ਪਰ ਮੂਸਾ ਉਸਦੇ ਪਤੀ ਦੇ ਨਾਲ ਜੰਗ ਲੜ ਕੇ ਉਸ ਨੂੰ ਖੋਹ ਲਿਆਉਂਦਾ ਹੈਗਾ ਗਾ। ਠੀਕ ਹੈ, ਸੋ ਇਸ ਦੇ ਵਿੱਚ ਇਹੀ ਹੈ ਕਿ ਵਿਆਹ ਦਾ ਜ਼ਿਕਰ ਹੁੰਦਾ ਹੈ, ਵਿਆਹ ਹੋ ਜਾਂਦਾ ਹੈ ਕਿਸੇ ਹੋਰ ਦੇ ਨਾਲ, ਬਟ ਮੂਸਾ ਜਿਹੜਾ ਉਸ ਨੂੰ ਛੁਡਵਾ ਕੇ ਆਪਣੇ ਨਾਲ ਜਿਹੜਾ ਵਿਆਹ ਕਰ ਲੈਂਦਾ ਹੈ। ਅੰਤ ਦੇ ਵਿੱਚ ਔਰਤ ਦੀ ਅਪੀਲ 'ਤੇ ਮੂਸਾ ਉਸ ਨੂੰ ਉਸਦੇ ਪਤੀ ਦੇ ਨਾਲ ਜਿਹੜਾ ਤੋਰ ਦਿੰਦਾ ਹੈ, ਯਾਨੀ ਕਿ ਆਖਰ ਦੇ ਵਿੱਚ ਉਹ ਇਸ ਚੀਜ਼ ਦੇ ਵਿੱਚ ਹੀ ਮੰਨ ਜਾਂਦਾ ਕਿ ਉਹ ਆਪਣੇ ਪਤੀ ਦੇ ਨਾਲ ਹੀ ਜਾ ਸਕਦੀ ਹੈਗੀ ਆ। ਕਾਨੜੇ ਦੀ ਵਾਰ ਮਹੱਲਾ ਚੌਥੇ ਨੂੰ ਇਸੇ ਵਾਰ ਦੀ ਧੁਨੀ ਦੇ ਉੱਪਰ ਜਿਹੜਾ ਉਹ ਗਾਉਣ ਦਾ ਉਪਦੇਸ਼ ਦਿੱਤਾ ਗਿਆ ਹੈ। ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਪ੍ਰਮੁੱਖ ਵਾਰਾਂ ਜੋ ਉਹਨਾਂ ਦੇ ਦੁਆਰਾ ਰਚੀਆਂ ਗਈਆਂ। ਪਹਿਲਾ ਹੈ ਮਲਖ ਮਰੀਦ ਤਥਾ ਚੰਦਰਵਾੜਾ ਸੋਹੀਆ ਦੀ ਵਾਰ। ਇਸ ਵਾਰ ਦੇ ਵਿੱਚ ਦੋ ਰਾਜਪੂਤ ਸਰਦਾਰਾਂ ਦੀ ਲੜਾਈ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਮੁੱਖ ਕਾਰਨ ਇਹਨਾਂ ਨੇ ਆਪਸੀ ਈਰਖਾ ਦੱਸੀ ਹੈ, ਯਾਨੀ ਕਿ ਆਪਸ ਦੇ ਵਿੱਚ ਈਰਖਾ ਦੇ ਕਾਰਨ ਹੀ ਇਹਨਾਂ ਦੇ ਵਿੱਚ ਜਿਹੜੀ ਉਹ ਲੜਾਈ ਹੋਈ ਸੀਗੀ। ਮਾਝ ਦੀ ਵਾਰ ਮਹੱਲਾ ਪਹਿਲਾ ਨੂੰ ਇਸੇ ਵਾਰ ਦੀ ਧੁਨੀ ਦੇ ਉੱਪਰ ਗਾਉਣ ਦਾ ਜਿਹੜਾ ਉਪਦੇਸ਼ ਦਿੱਤਾ ਗਿਆ ਸੀਗਾ। ਨੈਕਸਟ ਵਾਰ ਹੈ ਗੁਰੂ ਨਾਨਕ ਸਾਹਿਬ ਜੀ ਦੀ ਜੋਧੇ ਵੀਰ ਪੁਰਵਾਣੀ ਦੀ ਵਾਰ। ਇਹ ਵਾਰ ਦੋ ਭਰਾਵਾਂ ਦੇ ਵਿੱਚ ਜੋਧਾ ਤੇ ਵੀਰਾ ਦੇ ਦੁਆਰਾ ਸ਼ਾਹੀ ਖਜ਼ਾਨੇ ਨੂੰ ਲੁੱਟ ਕੇ ਗਰੀਬਾਂ ਤੇ ਅਨਾਥਾਂ ਦੀ ਬਹੁਤ ਹੀ ਬਹਾਦਰੀ ਦੇ ਨਾਲ ਕੀਤੀ ਗਈ ਸਹਾਇਤਾ ਨੂੰ ਬਿਆਨ ਕੀਤਾ ਜਾਂਦਾ ਹੈ। ਦੋ ਭਰਾ ਸੀ ਜੋਧਾ ਤੇ ਵੀਰਾ, ਇਹਨਾਂ ਦੋਨਾਂ ਨੇ ਜਿਹੜਾ ਹੈ ਕਹਿ ਸਕਦੇ ਨਾ ਜੋ ਸ਼ਾਹੀ ਖਜ਼ਾਨਾ ਸੀ ਉਸ ਨੂੰ ਲੁੱਟ ਲਿਆ ਸੀ ਅਤੇ ਲੁੱਟ ਕੇ ਗਰੀਬਾਂ ਦੇ ਵਿੱਚ ਉਸ ਨੂੰ ਜਿਹੜਾ ਵੰਡ ਦਿੱਤਾ ਸੀ। ਸੋ ਇਸ ਬਹਾਦਰੀ ਨੂੰ ਇਸ ਦੇ ਵਿੱਚ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਗਿਆ ਹੈ। ਅਤੇ ਰਾਮਕਲੀ ਦੀ ਵਾਰ ਮਹੱਲਾ ਤੀਜਾ ਨੂੰ ਇਸੇ ਵਾਰ ਦੀ ਧੁਨੀ ਦੇ ਉੱਪਰ ਗਾਉਣ ਦਾ ਉਪਦੇਸ਼ ਜਿਹੜਾ ਉਹ ਦਿੱਤਾ ਗਿਆ ਹੈ। ਤੀਸਰੀ ਵਾਰ ਹੈ ਗੁਰੂ ਨਾਨਕ ਸਾਹਿਬ ਦੀ ਰਾਣੇ ਕੈਲਾਸ਼ ਤਥਾ ਮਾਲਦੇਵ ਦੀ ਵਾਰ। ਇਹ ਵਾਰ ਵੀ ਦੋ ਭਰਾਵਾਂ ਰਾਣਾ ਕੈਲਾਸ਼ ਤੇ ਰਾਣਾ ਮਾਲਦੇਵ ਦੀ ਆਪਸੀ ਅਣਬਣ ਦੇ ਕਾਰਨ ਹੋਏ ਨੁਕਸਾਨ ਨੂੰ ਬਿਆਨ ਕਰਦੀ ਹੈ। ਸੋ ਦੋ ਭਰਾ ਸੀ, ਆਪਸ ਦੇ ਵਿੱਚ ਹੀ ਲੜਦੇ ਹੈਗੇ ਨੇ, ਇੱਕ ਦਾ ਨਾਮ ਰਾਣਾ ਕੈਲਾਸ਼, ਦੂਸਰੇ ਦਾ ਨਾਮ ਰਾਣਾ ਮਾਲਦੀਵ ਸੀ। ਆਪਸ ਦੇ ਵਿੱਚ ਛੋਟੀ ਮੋਟੀ ਜਿਹੜੀ ਕਹਿ ਸਕਦੇ ਗੱਲ ਹੁੰਦੀ ਹੈ ਨਾ, ਉਸ ਨੂੰ ਲੈ ਕੇ ਲੜਾਈ ਹੋਈ। ਔਰ ਮਲਾਰ ਦੀ ਵਾਰ ਮਹੱਲਾ ਪਹਿਲਾਂ ਨੂੰ ਇਸੇ ਵਾਰ ਦੀ ਧੁਨ ਦੇ ਉੱਪਰ ਗਾਉਣ ਦਾ ਜਿਹੜਾ ਉਪਦੇਸ਼ ਆ ਉਹ ਦਿੱਤਾ ਗਿਆ ਹੈਗਾ। ਨੈਕਸਟ ਹੈ 18ਵੀਂ ਸਦੀ ਦੀਆਂ ਵਾਰਾਂ। ਸੋ ਇਸ ਦੇ ਵਿੱਚ ਪਹਿਲੀ ਵਾਰ ਆਉਂਦੀ ਹੈ ਬਾਰ ਭੈੜੇ ਕੀ ਪਾਤਸ਼ਾਹੀਆਂ 10ਵੀਂ। ਸੋ ਕਰਤਾ ਇਸ ਦਾ ਅਗਿਆਤ ਮੰਨਿਆ ਗਿਆ ਹੈ, ਯਾਨੀ ਕਿ ਕੋਈ ਪਤਾ ਨਹੀਂ ਹੈ ਕਿ ਕਿਸ ਨੇ ਇਸ ਦੀ ਜਿਹੜੀ ਰਚਨਾ ਕੀਤੀ ਹੈ। ਇਸ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਵਿਚਲੇ ਅੰਤਮ ਯੁੱਧ ਅਤੇ ਕਿਲ੍ਹੇ ਨੂੰ ਤਿਆਗਣ ਤੋਂ ਬਾਅਦ ਚਮਕੌਰ ਸਾਹਿਬ ਦੇ ਵਿੱਚ ਹੋਈ ਭਿੜਤ ਜਾਂ ਲੜਾਈ ਤੱਕ ਦਾ ਜਿਹੜਾ ਪ੍ਰਸੰਗ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ, ਜੋ ਕਿ 1704 ਦੀ ਘਟਨਾ ਸੀਗੀ। ਉਸ ਬਾਰੇ ਜਿਹੜਾ ਜ਼ਿਕਰ ਮਿਲਦਾ ਹੈ ਇਸ ਵਾਰ ਦੇ ਵਿੱਚ। ਇਸ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਸਾਰਾ ਦਾ ਸਾਰਾ ਜਿਹੜਾ ਫੋਕਸ ਹੋ ਇਸੇ ਉੱਪਰ ਹੀ ਹੈਗਾ, ਸੋ ਗੁਰੂ ਸਾਹਿਬ ਜੀ ਦੇ ਉੱਪਰ। ਇਸ ਤੋਂ ਇਲਾਵਾ ਇਸ ਵਾਰ ਦੀਆਂ ਕੁੱਲ ਜਿਹੜੀਆਂ 24 ਪੌੜੀਆਂ ਨੇ, ਕਿਉਂਕਿ ਵਾਰਾਂ ਨੂੰ ਜਿਹੜਾ ਪੌੜੀਆਂ ਦੇ ਵਿੱਚ ਹੀ ਲਿਖਿਆ ਜਾਂਦਾ ਨਾ, ਸੋ ਆਪਾਂ MCQ ਦੇ ਵਿੱਚ ਡਿਸਕਸ ਕੀਤਾ ਸੀ। ਸੋ 24 ਪੌੜੀਆਂ ਨੇ ਇਸ ਵਾਰ ਦੀਆਂ। ਇਸ ਵਾਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਰਚੀ ਗਈ ਚੰਡੀ ਦੀ ਵਾਰ ਦਾ ਕਾਫੀ ਜਿਹੜਾ ਪ੍ਰਭਾਵ ਪਿਆ ਸੀ। ਹਾਲਾਂਕਿ ਰਚਨਾ ਚੰਡੀ ਦੀ ਵਾਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਸੀ, ਬਟ ਉਸ ਦਾ ਇਫੈਕਟ ਜਿਹੜਾ ਹੈ ਇਸ ਵਾਰ ਦੇ ਉੱਪਰ ਦੇਖਣ ਨੂੰ ਮਿਲਿਆ ਸੀਗਾ। ਇਸ ਵਾਰ ਦੇ ਲਈ ਨਿਸ਼ਾਨੀ ਤੇ ਸਿਰਖੰਡੀ ਛੰਦ ਦਾ ਜਿਹੜਾ ਪ੍ਰਯੋਗ ਆ ਉਹ ਕੀਤਾ ਗਿਆ ਹੈਗਾ ਗਾ। ਨੈਕਸਟ ਹੈ ਲਵ ਕੁਸ਼ ਦੀ ਵਾਰ। ਸੋ ਇਸ ਦਾ ਰਚਿਤਾ ਜਿਹੜਾ ਉਹ ਦੇਵੀਦਾਸ ਹੈਗਾ ਗਾ। ਸੋ ਦੋ ਨੇਗੀਆਂ ਇਹ ਲਵ ਕੁਸ਼ ਦੀ ਵਾਰ ਜਿਹੜੀ ਹੈ, ਇੱਕ ਦਾ ਹੈ ਰਚਿਤਾ ਦੇਵੀਦਾਸ, ਦੂਸਰੀ ਹੈਗੀ ਨਾ ਅਗਲੇ ਦੇ ਵਿੱਚ ਆਊਗੀ। ਸੋ ਇਸ ਵਾਰ ਦੇ ਵਿੱਚ ਕੁੱਲ ਜਿਹੜੀਆਂ ਉਹ 70 ਪੌੜੀਆਂ ਸ਼ਾਮਲ ਨੇਗੀਆਂ ਅਤੇ ਇਸ ਵਾਰ ਦੇ ਲਈ ਨਿਸ਼ਾਨੀ ਛੰਦ ਜ਼ਿਆਦਾ ਪ੍ਰਯੋਗ ਆ ਉਹ ਕੀਤਾ ਗਿਆ ਹੈਗਾ ਗਾ ਪ੍ਰਮੁੱਖ ਤੌਰ ਦੇ ਉੱਪਰ। ਇਸ ਵਾਰ ਦੇ ਵਿੱਚ ਪ੍ਰਮੁੱਖ ਕੀ ਗੱਲ ਕੀਤੀ ਗਈ ਹੈ ਕਿ ਸੀਤਾ ਦੇ ਦੁਆਰਾ ਲਵ ਕੁਸ਼ ਦਾ ਜਿਹੜਾ ਜਨਮ ਹੁੰਦਾ ਹੈ ਅਤੇ ਅਸ਼ਵਮੇਧ ਯੱਗ ਦੇ ਘੋੜੇ ਨੂੰ ਫੜਨ ਕਰਕੇ ਰਾਮਚੰਦਰ ਜੀ ਦੇ ਭਰਾਵਾਂ ਦਾ ਲਵ ਕੁਸ਼ ਨਾਲ ਯੁੱਧ, ਮੁਰਸ਼ਦ ਲਛਮਣ ਨੂੰ ਵਾਲਮੀਕ ਦੁਆਰਾ ਪੁਨਰ ਜੀਵਿਤ ਕਰਨਾ, ਸੀਤਾ ਦਾ ਧਰਤੀ ਦੇ ਵਿੱਚ ਸਮਾਉਣਾ, ਰਾਮਚੰਦਰ ਜੀ ਦਾ ਪੁੱਤਰਾਂ ਸਾਹਿਤ ਅਯੋਧਿਆ ਨੂੰ ਪਰਤਣਾ, ਇਹ ਸਾਰਾ ਜਿਹੜਾ ਚਿਤਰਨ ਹੈ ਜਾਂ ਪ੍ਰਸੰਗ ਹੈ ਉਹ ਇਸ ਵਾਰ ਦੇ ਵਿੱਚ ਮਿਲਦਾ ਹੈ ਲਵ ਕੁਸ਼ ਦੀ ਵਾਰ ਦੇ ਵਿੱਚ, ਜੋ ਕਿ ਦੇਵੀਦਾਸ ਦੀ ਰਚਨਾ ਹੈ। ਠੀਕ ਹੈ, ਪਰ ਇਸ ਵਾਰ ਦੇ ਵਿੱਚ ਯੁੱਧ ਦਾ ਅਭਾਵ ਮਿਲਦਾ ਹੈ, ਮੀਨਸ ਕਿ ਇਸ ਦੇ ਵਿੱਚ ਯੁੱਧ ਨਹੀਂ ਹੁੰਦਾ ਹੈਗਾ ਗਾ ਲਵ ਕੁਸ਼ ਦੀ ਵਾਰ ਦੇ ਵਿੱਚ, ਜੋ ਕਿ ਦੇਵੀਦਾਸ ਦੇ ਦੁਆਰਾ ਰਚਿਤ ਕੀਤੀ ਸੀ। ਨੈਕਸਟ ਹੈ ਲਵ ਕੁਸ਼ ਦੀ ਵਾਰ ਰਚਿਤ ਜਥੋਤਾਨੰਦਨਤ। ਠੀਕ ਹੈ। ਸੋ ਨੈਕਸਟ ਹੈ ਇਸ ਦਾ ਕਰਤਾ ਜਿਹੜਾ ਉਹ ਯਸ਼ੋਧਨਾ ਨੰਦਨ ਹੈ, ਉੱਪਰ ਵਿੱਚ ਸਰ ਮਿਸਟੇਕ ਹੈ, ਯਸ਼ੋਧਨਾ ਨੰਦਨ ਹੈ। ਸੋ ਜੋ ਕਿ 18ਵੀਂ ਸਦੀ ਦੇ ਪਹਿਲੇ ਅੱਧ ਦੇ ਵਿੱਚ ਰਚੀ ਗਈ ਇੱਕ ਰਚਨਾ ਹੈਗੀ ਆ। ਇਸ ਵਾਰ ਦੇ ਵਿੱਚ ਕੁੱਲ 88 ਪੌੜੀਆਂ ਜਿਹੜੀਆਂ ਦਰਜ ਹੈਗੀਆਂ ਨੇ ਅਤੇ ਇਸ ਵਾਰ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਦੁਆਰਾ ਸੀਤਾ ਨੂੰ ਤਿਆਗਣ ਦਾ ਪ੍ਰਸੰਗ ਪੇਸ਼ ਕੀਤਾ ਗਿਆ ਹੈ, ਸੀਤਾ ਨੂੰ ਤਿਆਗਣ ਦਾ। ਓਕੇ,
ਔਰ ਇਸ ਵਾਰ ਦੇ ਵਿੱਚ ਯੁੱਧ ਵਰਣਨ ਦੇਵੀਦਾਸ ਦੇ ਦੁਆਰਾ ਰਚੀ ਲਵ ਕੁਸ਼ ਦੇ ਨਾਲੋਂ ਜ਼ਿਆਦਾ ਹੈ। ਸੋ ਦੇਵੀਦਾਸ ਦੇ ਵਿੱਚ ਜ਼ਿਕਰ ਨਹੀਂ ਮਿਲਦਾ ਸੀ ਯੁੱਧ ਦਾ, ਬਟ ਇਸ ਯਸ਼ੋਧਨ ਵਾਲੀ ਜਿਹੜੀ ਲਵ ਕੁਸ਼ ਦੀ ਵਾਰ ਹੈ ਇਸ ਦੇ ਵਿੱਚ ਯੁੱਧ ਵੀ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਗਾ। ਇਸ ਵਾਰ ਦੇ ਵਿੱਚ ਸੀਤਾ ਨੂੰ ਧਰਤੀ ਦੇ ਵਿੱਚ ਪ੍ਰਵੇਸ਼ ਕਰਾਉਣ ਦੀ ਥਾਂ ਦੇ ਉੱਪਰ ਰਾਮ ਜੀ ਦੇ ਨਾਲ ਸੁਖ ਸ਼ਾਦੀ ਦੇ ਨਾਲ ਵਾਪਸ ਪਰਤਦਿਆਂ ਹੋਇਆ ਦਿਖਾਇਆ ਗਿਆ ਹੈ, ਔਰ ਦੂਸਰੀ ਜਗ੍ਹਾ ਦੇ ਵਿੱਚ ਦੇਵੀਦਾਸ ਦੇ ਵਿੱਚ ਉਸ ਨੂੰ ਧਰਤੀ ਦੇ ਵਿੱਚ ਸਮਾਉਂਦਾ ਹੋਇਆ ਜਿਹੜਾ ਦਿਖਾਇਆ ਗਿਆ ਸੀ। ਇਸ ਵਾਰ ਦੇ ਵਿੱਚ ਵੀਰ ਰਸ ਦੇ ਨਾਲ ਨਾਲ ਰੌਦਰ ਰਸ ਤੇ ਭਿਆਨਕ ਰਸ ਜਿਹੜਾ ਹੈ ਉਸ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਔਰ ਛੰਦ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਨਿਸ਼ਾਨੀ ਤੇ ਸਿਰਖੰਡੀ ਛੰਦ ਦੀ ਜਿਹੜੀ ਇਸਤੇਮਾਲ ਕੀਤਾ ਗਿਆ, ਬਟ ਸਿਰਖੰਡੀ ਛੰਦ ਜਿਹੜਾ ਹੈ ਉਸ ਦਾ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਾਰ ਦੀ ਭਾਸ਼ਾ ਠੇਠ ਪੰਜਾਬੀ ਰਹੀ ਹੈ, ਪਰ ਇਸ ਦੇ ਉੱਪਰ ਲਹਿੰਦੀ ਦਾ ਪ੍ਰਭਾਵ ਵੀ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਕਾਨ ਭਗਵਾਨ ਦੀ ਵਾਰ। ਸੋ ਇਸ ਵਾਰ ਦੀ ਗੱਲ ਕਰੀਏ ਰਚਨਾ ਦੀ ਤਾਂ ਇਹ ਤੇਜਭਾਨ ਦੀ ਲਿਖੀ ਹੋਈ ਰਚਨਾ ਹੈਗੀ। ਇਸ ਵਾਰ ਦੇ ਵਿੱਚ ਕੁੱਲ 40 ਪੌੜੀਆਂ ਜਿਹੜੀਆਂ ਦਰਜ ਹੈਗੀਆਂ ਨੇਗੀਆਂ, ਅਤੇ ਇਸ ਵਾਰ ਦੇ ਵਿੱਚ ਯੁੱਧ ਵਰਤਨ ਜਿਹੜਾ ਉਹ ਨਾ ਮਾਤਰ ਦੇ ਕਰੀਬ ਹੈ, ਮੀਨਸ ਯੁੱਧ ਨਹੀਂ ਮਿਲਦਾ। ਔਰ ਇਸ ਤੋਂ ਇਲਾਵਾ ਇਸ ਦੇ ਵਿੱਚ ਵਰਤਾਂਤ ਜਿਹੜਾ ਉਹ ਪ੍ਰਧਾਨਤਾ ਹੈ, ਮੀਨਸ ਵਰਤਾਂਤਕ ਰੂਪ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਂਦਾ ਹੈ। ਇਹ ਵਾਰ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕਹਾਣੀਆਂ ਦੇ ਨਾਲ ਭਰੀ ਹੋਈ ਹੈ, ਜਿਸ ਦੇ ਵਿੱਚ ਕੰਸ ਨੂੰ ਸੰਘਾਰਨ ਦੀ ਕਥਾ ਨੂੰ ਵੀ ਵੀਰ ਰਸੀ ਛੰਦਾਂ ਦੇ ਨਾਲ ਉਗਾੜਿਆ ਹੋਇਆ ਹੈਗਾ ਗਾ। ਠੀਕ ਹੈ, ਸੋ ਇਹ ਰਚਨਾ ਸਰਗੁਣ ਭਗਤੀ ਦੀ ਉਪਜ ਦੇ ਰੂਪ ਦੇ ਵਿੱਚ ਲਿਖੀ ਗਈ ਹੈ। ਨੈਕਸਟ ਹੈ ਬਾਤ ਪਾਤਸ਼ਾਹੀ ਜਾਂ 10ਵੀਂ ਕੀ। ਸੋ ਇਸ ਵਾਰ ਦੀ ਗੱਲ ਕਰੀਏ ਤਾਂ ਇਹ ਵਾਰ ਭਾਈ ਗੁਰਦਾਸ ਸਿੰਘ ਦੀ ਕਵੀ ਗੁਰਦਾਸ ਸਿੰਘ ਦੀ ਲਿਖੀ ਹੋਈ ਹੈਗੀ। ਬਾਰ ਪਾਤਸ਼ਾਹੀ 10ਵੀਂ ਕੀ। ਸੋ ਪੁਰਾਤਨ ਹੱਥ ਲਿਖਤਾਂ ਦੇ ਵਿੱਚ ਲਿਖੇ ਗਏ ਇੱਕ ਦੋਹਰੇ ਦੇ ਆਧਾਰ ਦੇ ਉੱਪਰ ਇਸ ਨੂੰ 1700 ਈਸਵੀ ਦੀ ਰਚਨਾ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ, ਅਤੇ 1757 ਬਿਆਸ ਦੇ ਅਕੋਰਡਿੰਗ ਮੰਨਿਆ ਜਾਂਦਾ ਹੈ। ਇਸ ਵਾਰ ਦੇ ਵਿੱਚ ਕੁੱਲ 28 ਪੌੜੀਆਂ ਜਿਹੜੀਆਂ ਦਰਜ ਹੈਗੀਆਂ ਨੇਗੀਆਂ, ਅਤੇ ਆਖਰੀ 8 ਪੌੜੀਆਂ ਸਿੱਖ ਗੁਰੂਆਂ ਦੇ ਨਾਲ ਸੰਬੰਧਿਤ ਨੇਗੀਆਂ ਵਾਰ ਪਾਤਸ਼ਾਹੀਆਂ 10ਵੀਂ ਕੀ ਦੇ ਵਿੱਚ। ਓਕੇ, ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਲੋੜ, ਮਹਾਨਤਾ, ਯਸ, ਯੁੱਧ, ਖਾਲਸਾ ਪੰਥ ਦੀ ਵੀਰਤਾ ਦੇ ਗੁਣ ਜਿਹੜੇ ਉਹ ਗਾਏ ਗਏ ਹੈਗੇ ਨੇ ਵਾਰ ਪਾਤਸ਼ਾਹੀਆਂ 10ਵੀਂ ਦੇ ਵਿੱਚ। ਇਸ ਵਾਰ ਨੂੰ ਗੁਰੂ ਖਾਲਸੇ ਕੀ ਵਾਰ ਦੇ ਨਾਮ ਨਾਲ ਵੀ ਜਿਹੜਾ ਜਾਣਿਆ ਜਾਂਦਾ ਹੈ। ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ। ਸੋ ਇਸ ਵਾਰ ਦੇ ਕਰਤਾ ਸੰਬੰਧੀ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਮਿਲਦੀ ਕਿ ਕਿਸ ਦੇ ਦੁਆਰਾ ਇਸ ਵਾਰ ਦੀ ਜਿਹੜੀ ਰਚਨਾ ਕੀਤੀ ਗਈ ਹੈਗੀ। ਇਸ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਆਨੰਦਪੁਰ ਦਾ ਕਿਲ੍ਹਾ ਜਾਂ ਆਨੰਦਪੁਰ ਤਿਆਗਣ ਦੇ ਪ੍ਰਸੰਗ ਦਾ ਜਿਹੜਾ ਚਿਤਰਨ ਹੈ ਉਹ ਦੇਖਣ ਨੂੰ ਮਿਲਦਾ ਹੈ। ਇਸ ਵਾਰ ਦੇ ਵਿੱਚ 10ਵੇਂ ਗੁਰੂ ਦੇ ਜੰਗ ਯੁੱਧ ਦੀ ਵਾਰ ਵੀ ਜਿਹੜਾ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਸ ਵਾਰ ਨੂੰ 10ਵੇਂ ਗੁਰੂ ਦੇ ਜੰਗ ਯੁੱਧ ਦੀ ਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਾਰ ਦੇ ਵਿਚਲੀ ਘਟਨਾ 1704 ਦੇ ਵਿੱਚ ਵਾਪਰੀ ਲੱਗਦੀ ਹੈ। ਠੀਕ ਹੈ, ਸੋ ਇਸ ਆਧਾਰ ਦੇ ਉੱਪਰ ਇਸ ਨੂੰ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਜੋ ਚੜ੍ਹਤ ਉਸ ਸਮੇਂ ਦੇ ਵਿੱਚ ਰਹੀ ਸੀ ਉਸ ਨੂੰ ਵੀ ਬਿਆਨ ਕੀਤਾ ਗਿਆ ਸੀ। ਔਰ ਇਹ ਵਾਰ ਜਿਹੜੀ ਹੈ 18ਵੀਂ ਸਦੀ ਦੇ ਪਹਿਲੇ ਅੱਧ ਦੀ ਰਚਨਾ ਮੰਨੀ ਜਾਂਦੀ ਹੈਗੀ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਯੁੱਧ ਦਾ ਜਿਹੜਾ ਕਹਿੰਦਾ ਬੜਾ ਰੋਚਕ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸ ਦੇ ਵਿੱਚ ਵਰਣਨ ਕੀਤਾ ਗਿਆ ਹੈ। ਨੈਕਸਟ ਹੈ ਸਰਬਲੋਹ ਦੀ ਵਾਰ। ਸਰਬਲੋਹ ਦੀ ਵਾਰ ਜਿਹੜੀ ਹੈ ਇਸ ਵਾਰ ਦਾ ਕਰਤਾ ਸੰਬੰਧੀ ਵੀ ਕੋਈ ਜਾਣਕਾਰੀ ਜਿਹੜੀ ਨਹੀਂ ਮਿਲਦੀ ਹੈ, ਔਰ ਇਹ ਵਾਰ ਸਰਬਲੋਹ ਗ੍ਰੰਥ ਦੀ ਹੱਥ ਲਿਖਤਾਂ ਦੇ ਵਿੱਚੋਂ ਦਰਜ ਹੈ। ਸੋ ਉੱਥੋਂ ਇਸ ਨੂੰ ਜਿਹੜਾ ਲਿਖਿਆ ਗਿਆ ਹੈਗਾ। ਔਰ ਇਸ ਗ੍ਰੰਥ ਦਾ ਦੂਸਰਾ ਨਾਮ ਜਿਹੜਾ ਹੈ ਉਹ ਮੰਗਲਾਚਰਨ ਪੁਰਾਣ ਹੈ, ਜਿਸ ਦੇ ਵਿੱਚੋਂ ਇਸ ਨੂੰ ਕਲੈਕਟ ਕੀਤਾ ਗਿਆ ਹੈ, ਦੂਸਰਾ ਨਾਮ ਇਸ ਦਾ। ਠੀਕ ਹੈ, ਔਰ ਇਹ ਵਾਰ 18ਵੀਂ ਸਦੀ ਦੇ ਅੱਧ ਦੇ ਵਿੱਚ ਲਿਖੀ ਗਈ ਮੰਨੀ ਗਈ ਹੈ, ਜਿਸ ਦੀਆਂ ਤਕਰੀਬਨ 65 ਜਿਹੜੀਆਂ ਪੌੜੀਆਂ ਹੈਗੀਆਂ ਨੇ। ਨੈਕਸਟ ਹੈ ਚੱਠਿਆਂ ਦੀ ਵਾਰ। ਸੋ ਇਹ ਕਾਫੀ ਫੇਮਸ ਹੈ। ਸੋ ਇਸ ਵਾਰ ਦਾ ਲੇਖਕ ਜਿਹੜਾ ਉਹ ਪੀਰ ਮੁਹੰਮਦ ਹੈ, ਜੋ ਕਿ ਪਿੰਡ ਨੂਨਾ ਵਾਲੀ ਦਾ ਹੈ, ਜੋ ਕਿ ਜ਼ਿਲ੍ਹਾ ਗੁਜਰਾਤ ਦੇ ਵਿੱਚ ਪੈ ਜਾਂਦਾ ਹੈ। ਸੋ ਉੱਥੋਂ ਦਾ ਵਸਨੀਕ ਸੀ, ਜੋ ਕਿ ਚੱਠੇ ਸਰਦਾਰਾਂ ਦਾ ਇੱਕ ਨੌਕਰ ਸੀ, ਉਸ ਦੇ ਦੁਆਰਾ ਲਿਖੀ ਗਈ ਸੀਗੀ। ਔਰ ਇਸ ਵਾਰ ਦੇ ਵਿੱਚ ਪੀਰ ਮੁਹੰਮਦ ਖਾਨ ਨੇ ਚੱਠੇ ਸਰਦਾਰ ਦੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਨਾਲ ਰਸੂਲ ਨਗਰ ਅਤੇ ਮਨਚਰ ਵਿਖੇ ਹੋਈਆਂ ਲੜਾਈਆਂ ਦਾ ਜਿਹੜਾ ਚਿਤਰਨ ਹੈ ਉਹ ਪੇਸ਼ ਕੀਤਾ ਹੈ। ਅਤੇ ਇਸ ਵਾਰ ਨੂੰ ਮਹਾਂ ਸਿੰਘ ਦੀ ਵਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਸਾਰਾ ਫੋਕਸ ਜਿਹੜਾ ਹੈ ਉਹ ਉਸ ਦੇ ਉੱਪਰ ਕੀਤਾ ਗਿਆ ਹੈ। ਇਸ ਵਾਰ ਦੇ ਵਿੱਚ ਕੁੱਲ 91 ਜਿਹੜੀਆਂ ਪੌੜੀਆਂ ਨੇ ਉਹ ਦਰਜ ਹੈਗੀਆਂ ਨੇਗੀਆਂ, ਅਤੇ 1780 ਤੋਂ 90 ਦੇ ਸਮੇਂ ਦੇ ਦੌਰਾਨ ਇਹ ਰਚਨਾ ਜਿਹੜੀ ਹੈ ਉਹ ਲਿਖੀ ਗਈ ਮੰਨੀ ਜਾਂਦੀ ਹੈ। ਇਸ ਵਾਰ ਦੇ ਅੰਤ ਦੇ ਵਿੱਚ ਸਰਦਾਰ ਮਹਾਂ ਸਿੰਘ ਦੀ ਜਿੱਤ ਵਿਖਾ ਕੇ ਗੁਲਾਮ ਮੁਹੰਮਦ ਨੂੰ ਮੱਕੇ ਹੱਜ ਕਰਨ ਦੇ ਲਈ ਜਿਹੜਾ ਤਿਆਰ ਹੁੰਦਿਆਂ ਵੀ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ ਹੈ। ਨੈਕਸਟ ਹੈ ਚੌਧਰੀਆਂ ਦੀ ਵਾਰ। ਸੋ ਚੌਧਰੀਆਂ ਦੀ ਵਾਰ ਜਿਹੜੀ ਹੈ ਇਹ ਸਿੱਧਾ ਜਿਉਣਾ ਨਾਂ ਦੇ ਕਵੀ ਦੇ ਦੁਆਰਾ ਲਿਖੀ ਗਈ ਸੀਗੀ, ਔਰ ਇਸ ਵਾਰ ਦੀ ਰਚਨਾ ਜਿਹੜੀ ਹੈ ਉਹ 18ਵੀਂ ਸਦੀ ਦੇ ਅੰਤ ਦੇ ਵਿੱਚ ਕੀਤੀ ਹੋਈ ਮੰਨੀ ਜਾਂਦੀ ਹੈਗੀ। ਇਸ ਵਾਰ ਦੇ ਵਿੱਚ ਕੁੱਲ 9 ਬੰਦ ਜਿਹੜੇ ਉਹ ਸ਼ਾਮਲ ਹੈਗੇ ਨੇਗੇ,
ਅਤੇ ਪੰਜਾਬ ਦੀਆਂ ਜੱਟ ਜਾਤੀਆਂ ਦੀ ਉਸਤਤ ਇਸ ਦੇ ਵਿੱਚ ਕੀਤੀ ਗਈ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜੱਟ ਰਹਿੰਦੇ ਸੀ ਉਹ ਕਿਸ ਤਰੀਕੇ ਦੇ ਨਾਲ ਹੈ ਨਾ ਮਹਾਨ ਸੀ ਜਾਂ ਕਿਵੇਂ ਸੀ ਹੈ ਨਾ, ਜੋ ਯੁੱਧ ਕਰਨ ਦੇ ਤਰੀਕੇ ਉਹਨਾਂ ਬਾਰੇ ਇਸ ਦੇ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ ਵਾਰ ਹਕੀਕਤ ਰਾਏ ਦੀ ਸੋ ਅਗਲੀ ਹੈ। ਸੋ ਇਸ ਵਾਰ ਦੀ ਰਚਨਾ ਕਵੀ ਆਗਰਾ ਨੇ ਕੀਤੀ ਸੀ, ਜੋ ਕਿ ਲਾਹੌਰ ਦਾ ਵਸਨੀਕ ਸੀ ਅਤੇ ਜਾਤ ਦਾ ਸੇਠੀ ਮੰਨਿਆ ਜਾਂਦਾ ਸੀਗਾ। ਔਰ ਕਵੀ ਆਗਰਾ ਦੇ ਕਥਨ ਦੇ ਅਨੁਸਾਰ ਉਸਨੇ ਇਹ ਵਾਰ 1784 ਦੇ ਵਿੱਚ ਅਤੇ 1841 ਬਿਸਤ ਦੇ ਵਿੱਚ ਲਿਖੀ ਸੀਗੀ, ਪਰ ਇਸ ਵਿਚਲੀ ਵੀਰ ਹਕੀਕਤ ਰਾਏ ਨਾਲ ਸੰਬੰਧਿਤ ਘਟਨਾ ਜਿਹੜੀ ਹੈ ਉਹ 1734 ਦੀ ਹੈਗੀ। ਹਾਲਾਂਕਿ ਲਿਖੀ 1784 ਦੇ ਵਿੱਚ ਹੈ, ਬਟ ਘਟਨਾ ਜਿਹੜੀ ਇਹਦੀ ਉਹ 1734 ਦੀ ਮੰਨੀ ਗਈ ਹੈਗੀ ਹੈ। ਇਸ ਵਾਰ ਦੇ ਵਿੱਚ ਹਕੀਕਤ ਰਾਏ ਦੇ ਜਨਮ ਤੋਂ ਲੈ ਕੇ 12 ਵਰ੍ਹਿਆਂ ਦੀ ਨ੍ਰਿਤਕ ਤੱਕ ਦਾ ਵਿਸਤਾਰ ਪੂਰਵਕ ਵਰਣਨ ਇਸ ਦੇ ਵਿੱਚ ਮਿਲਦਾ ਹੈ। ਔਰ ਇਸ ਵਾਰ ਦੇ ਵਿੱਚ ਕੁੱਲ 212 ਬੰਦ ਜਿਹੜੇ ਆ ਉਹ ਸ਼ਾਮਲ ਨੇਗੇ। ਨੈਕਸਟ ਹੈ ਵਾਰ ਸ਼੍ਰੀ ਰਾਮਚੰਦਰ ਜੀ ਕੀ। ਸੋ ਇਸ ਵਾਰ ਦਾ ਲੇਖਕ ਜਿਹੜਾ ਉਹ ਜਵਾਹਰ ਸਿੰਘ ਸੀਗਾ ਅਤੇ ਇਸ ਵਾਰ ਦੀ ਜਿਹੜੀ ਰਚਨਾ ਹੈ ਉਹ 1797 ਦੇ ਵਿੱਚ ਗੁਜਰਾਤ ਦੇ ਵਿਖੇ ਕੀਤੀ ਗਈ ਹੈਗੀ। ਇਸ ਵਾਰ ਦਾ ਮੁੱਖ ਆਧਾਰ ਹੈ ਤੁਲਸੀ ਰਮਾਇਣ, ਪਰ ਕਿਤੇ ਕਿਤੇ ਇਸ ਦੇ ਵਿੱਚ ਵਾਲਮੀਕੀ ਰਮਾਇਣ ਤੋਂ ਲਾਭ ਉਠਾਇਆ ਵੀ ਜਿਹੜਾ ਮਿਲਦਾ ਹੈ। ਮੀਨਸ ਕਿ ਹਾਲਾ ਫੋਕਸ ਇਸ ਜਿਹੜਾ ਹੈ ਤੁਲਸੀ ਰਮਾਇਣ ਦੇ ਉੱਪਰੋਂ ਲਿਆ ਗਿਆ ਹੈ, ਬਟ ਕਿਤੇ ਕਿਤੇ ਇਸ ਦੀ ਕੁਛ ਰਚਨਾ ਜਿਹੜੀ ਉਹ ਵਾਲਮੀਕੀ ਰਮਾਇਣ ਦੇ ਨਾਲ ਵੀ ਮਿਲਦੀ ਜੁਲਦੀ ਹੈ। ਵਾਰ ਵਿੱਚ ਨਿਸ਼ਾਨੀ ਅਤੇ ਸਿਰਖੰਡੀ ਜਿਹੜਾ ਛੰਦ ਹੈ ਉਸ ਦੀ ਵਰਤੋਂ ਕੀਤੀ ਗਈ ਹੈ, ਜਿਹਦੇ ਆਧਾਰ ਦੇ ਉੱਪਰ ਇਸ ਨੂੰ ਅਸੀਂ ਕਹਿ ਸਕਦੇ ਹਾਂ। ਸੋ ਇਹ ਵਾਰ ਸੰਖੇਪ ਦੇ ਵਿੱਚ ਲਿਖੀ ਗਈ ਹੈ ਅਤੇ ਇਸ ਦੀ ਭਾਸ਼ਾ ਉੱਪਰ ਲਹਿੰਦੀ ਦਾ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਆ ਉਹ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਵਾਰ ਰਾਜਾ ਅਮਰ ਸਿੰਘ ਕੀ। ਸੋ ਇਹ ਵਾਰ ਕੇਸ਼ਵ ਦਾਸ ਦੀ ਲਿਖੀ ਹੋਈ ਹੈਗੀ ਔਰ ਇਸ ਦੇ ਵਿੱਚ ਕੁੱਲ 52 ਬੰਦ ਜਿਹੜੇ ਆ ਉਹ ਸ਼ਾਮਲ ਹੈਗੇ ਨੇਗੇ ਔਰ ਪੌੜੀ ਛੰਦ ਦਾ ਪ੍ਰਯੋਗ ਨਹੀਂ ਕੀਤਾ ਗਿਆ ਇਸ ਦੇ ਵਿੱਚ, ਔਰ ਸਗੋਂ ਦੋਹਰਾ ਸਰੂਠਾ ਕਬਿਤ ਛੰਦ ਦੀ ਵਰਤੋਂ ਇਸ ਵਾਰ ਦੇ ਵਿੱਚ ਮਿਲਦੀ ਹੈਗੀ ਆ। ਵਾਰ ਰਾਜਾ ਅਮਰ ਸਿੰਘ ਦੇ ਵਿੱਚ ਰਾਜਾ ਅਮਰ ਸਿੰਘ ਦਾ ਭੱਟੀ ਮੁਸਲਮਾਨ ਰਾਜਪੂਤਾਂ ਨਾਲ ਹੋਏ ਯੁੱਧ ਦਾ ਵਰਣਨ ਜਿਹੜਾ ਹੈ ਇਹ ਇਸ ਵਾਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਨਾਦਰ ਸ਼ਾਹ ਦੀ ਵਾਰ। ਸੋ ਇਸ ਵਾਰ ਦਾ ਲੇਖਕ ਜਿਹੜਾ ਉਹ ਨਜ਼ਾਬਤ ਹੈ, ਜੋ ਕਿ ਜ਼ਿਲ੍ਹਾ ਸ਼ਾਹਪੁਰ ਦਾ ਹਰਲ ਰਾਜਪੂਤ ਮੁਸਲਮਾਨ ਸੀਗਾ ਅਤੇ ਇਸ ਵਾਰ ਦੇ ਵਿੱਚ ਕੇਵਲ ਕਰਨਾਲ ਦੀ ਲੜਾਈ ਦਾ ਹਾਲ ਹੀ ਦੇਖਣ ਨੂੰ ਮਿਲਦਾ ਹੈ, ਪਰ ਉਸ ਤੋਂ ਮਗਰੋਂ ਦਿੱਲੀ ਦੇ ਵਿੱਚ ਹੋਇਆ ਕਤਲਾਮ ਜਿਹੜਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਗਿਆ। ਸਿਰਫ ਕਰਨਾਲ ਦੀ ਜਿਹੜੀ ਲੜਾਈ ਹੈ ਉੱਥੋਂ ਤੱਕ ਦਾ ਬਿਆਨ ਇਸ ਦੇ ਵਿੱਚ ਮਿਲਦਾ ਹੈ ਔਰ ਇਹ ਵਾਰ ਲਿਖਤੀ ਰੂਪ ਦੇ ਵਿੱਚ ਨਹੀਂ ਮਿਲੀ ਸੀਗੀ, ਸਗੋਂ ਪੰਡਿਤ ਹਰੀਕ੍ਰਿਸ਼ਨ ਕੋਲ ਪੰਜਾਬ ਦੇ ਮਰਾਸੀਆਂ ਅਤੇ ਭੱਟਾਂ ਕੋਲੋਂ ਸੁਣ ਕੇ ਇਸ ਨੂੰ ਪਹਿਲੀ ਵਾਰ ਪੇਸ਼ ਕੀਤਾ ਸੀਗਾ। ਠੀਕ ਹੈ, ਪੰਡਿਤ ਹਰੀਕ੍ਰਿਸ਼ਨ ਕੋਲ। ਸੋ ਇਹ ਧਿਆਨ ਰੱਖਣਾ, ਇਹਦੇ ਬਾਰੇ ਜ਼ਰੂਰ ਪੁੱਛਿਆ ਜਾ ਸਕਦਾ ਹੈ। ਨਾਦਰ ਸ਼ਾਹ ਦੇ ਦੁਆਰਾ ਭਾਰਤ ਦੇ ਉੱਪਰ 1739 ਦੇ ਵਿੱਚ ਕੀਤੇ ਗਏ ਹਮਲੇ ਦੇ ਆਧਾਰ ਦੇ ਉੱਪਰ ਇਸ ਵਾਰ ਨੂੰ 18ਵੀਂ ਸਦੀ ਦੀ ਅੱਧ ਦੀ ਰਚਨਾ ਮੰਨਿਆ ਜਾਂਦਾ ਹੈ ਅਤੇ ਇਸ ਵਾਰ ਦਾ ਕਥਨ ਇੱਕ ਇਤਿਹਾਸਕ ਜਿਹੜਾ ਉਹ ਰੂਪ ਮੰਨਿਆ ਜਾਂਦਾ ਹੈ। ਇਸ ਵਾਰ ਦਾ ਨਾਇਕ ਕੋਈ ਇੱਕ ਵਿਅਕਤੀ ਨਹੀਂ ਮੰਨਿਆ ਗਿਆ, ਪੂਰੇ ਦਾ ਪੂਰਾ ਹਿੰਦੁਸਤਾਨ ਜਿਹੜਾ ਹੈ ਉਹ ਇਸ ਵਾਰ ਦੇ ਵਿੱਚ ਨਾਇਕ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਹੈ ਅਤੇ ਇਸ ਵਾਰ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਵੀਰ ਰਸ ਦੇ ਨਾਲ ਰੁਦਰ ਰਸ ਦੇ ਭਿਆਨਕ ਰਸ ਦਾ ਵੀ ਇਸਤੇਮਾਲ ਜਿਹੜਾ ਕੀਤਾ ਗਿਆ ਹੈ। ਕੁੱਲ ਇਸ ਦੇ ਵਿੱਚ 86 ਪੌੜੀਆਂ ਜਿਹੜੀਆਂ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਵਾਰ ਦੇ ਅੰਤਰਗਤ ਖਾਨ ਦੌਰਾ ਅਤੇ ਨਾਦਰ ਸ਼ਾਹ ਦੇ ਯੁੱਧਾਂ ਦਾ ਵਰਣਨ ਹੈ, ਜਿਸ ਦੇ ਵਿੱਚ ਨਾਦਰ ਸ਼ਾਹ ਦੀ ਜਿਹੜੀ ਹੈ ਜਿੱਤ ਹੁੰਦੀ ਹੈਗੀ ਆ ਅਤੇ ਇਸ ਵਾਰ ਦੇ ਅੰਤ ਦੇ ਵਿੱਚ ਮੁਹਾਤਮ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ। ਨੈਕਸਟ ਹੈ 19ਵੀਂ ਸਦੀ ਦੀਆਂ ਵਾਰਾਂ। ਸੋ ਇਸ ਦੇ ਵਿੱਚ ਪਹਿਲਾਂ ਆਉਂਦਾ ਹੈ ਸੋਢੀਆਂ ਦੀ ਵਾਰ। ਸੋ ਇਸ ਵਾਰ ਦਾ ਕਰਤਾ ਜਿਹੜਾ ਉਹ ਭਾਈ ਰਾਮ ਸਿੰਘ ਹੈ, ਜੋ ਕਿ ਆਨੰਦਪੁਰ ਦੇ ਸੋਢੀ ਸੁਰਜਨ ਸਿੰਘ ਦਾ ਨੌਕਰ ਅਤੇ ਸ਼ਰਧਾਲੂ ਰਿਹਾ ਸੀ, ਉਸ ਦੇ ਦੁਆਰਾ ਇਸ ਨੂੰ ਪ੍ਰਜੈਂਟ ਕੀਤਾ ਗਿਆ ਸੀਗਾ। ਇਸ ਵਾਰ ਦੇ ਵਿੱਚ ਬਿਲਾਸਪੁਰ ਰਿਆਸਤ ਦੇ ਰਾਜੇ ਮਹਾਂਚੰਦ ਅਤੇ ਸੋਢੀਆਂ ਦੀ ਲੜਾਈ ਦਾ ਜਿਹੜਾ ਚਿਤਰਨ ਹੈ ਉਹ ਦੇਖਣ ਨੂੰ ਮਿਲਦਾ ਹੈ। ਕੁੱਲ ਇਸ ਦੇ ਵਿੱਚ 38 ਪੌੜੀਆਂ ਜਿਹੜੀਆਂ ਮਿਲਦੀਆਂ ਹੈਗੀਆਂ ਨੇ ਅਤੇ ਇਸ ਵਾਰ ਨੂੰ ਆਨੰਦਪੁਰ ਦੀ ਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਔਰ ਇਸ ਵਾਰ ਦੇ ਉੱਪਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਚੰਡੀ ਦੀ ਵਾਰ ਦਾ ਜਿਹੜਾ ਕਾਫੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਮੁਲਤਾਨ ਦੀ ਵਾਰ। ਸੋ ਇਸ ਵਾਰ ਦਾ ਕਰਤਾ ਕਵੀ ਸ਼ਾਹ ਅਜ਼ੀਮ ਸੀਗਾ, ਸੋ ਇਸ ਦੇ ਦੁਆਰਾ ਇਸ ਨੂੰ ਲਿਖਿਆ ਗਿਆ ਸੀ ਔਰ ਇਹ ਵਾਰ 1818 ਦੇ ਵਿੱਚ ਮੁਲਤਾਨ ਦੇ ਵਿੱਚ ਸਿੱਖਾਂ ਅਤੇ ਨਵਾਬ ਮੁਜ਼ੱਫਰ ਖਾਨ ਦੇ ਵਿਚਾਲੇ ਹੋਈ ਲੜਾਈ ਦਾ ਜਿਹੜਾ ਬਿਰਤਾਂਤ ਹੈ ਉਸ ਨੂੰ ਪ੍ਰੈਜ਼ੈਂਟ ਕਰਦੀ ਸੀ। ਇਸ ਵਾਰ ਨੂੰ ਨਵਾਬ ਮੁਜ਼ੱਫਰ ਦੀ ਵਾਰ ਵੀ ਨਾਮ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਉਸ ਦੇ ਦੁਆਰਾ ਲਿਖੀ ਗਈ ਸੀਗੀ। ਉਸ ਦਾ ਲੜਾਈ ਦਾ ਜਿਹੜਾ ਜ਼ਿਕਰ ਮਿਲਦਾ ਸੀ। ਇਸ ਵਾਰ ਦੀ ਭਾਸ਼ਾ ਜਿਹੜੀ ਹੈ ਉਹ ਕੇਂਦਰੀ ਪੰਜਾਬੀ ਰਹੀ ਸੀ, ਪਰ ਕਿਤੇ ਕਿਤੇ ਲਹਿੰਦੀ ਦਾ ਪ੍ਰਭਾਵ ਵੀ ਇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਸ਼ੀ ਹਰਫੀ ਗੁਰਖਾਲਸੇ ਦੀ ਸ਼ਾਹ ਜੀ। ਸੋ ਇਸ ਸ਼ੀ ਹਰਫੀ ਦਾ ਕਰਤਾ ਹਾਕਮ ਸਿੰਘ ਦਰਵੇਸ਼ ਸੀਗਾ, ਜੋ ਕਿ ਲੁਧਿਆਣੇ ਜ਼ਿਲ੍ਹੇ ਦੇ ਰਾਏਪੁਰ ਕਸਬੇ ਦਾ ਨਿਵਾਸੀ ਸੀ, ਉੱਥੋਂ ਦਾ ਰਹਿਣ ਵਾਲਾ ਸੀ ਔਰ ਇਸ ਨੂੰ ਬੈਂਤਾਂ ਦੇ ਵਿੱਚ ਠੀਕ ਹੈ ਗੁਰੂ ਖਾਲਸੇ ਸ਼ਾਹ ਦੀਆਂ ਅਤੇ ਉਸਤ ਗੁਰੂ ਖਾਲਸੇ ਕੀ
ਦੇ ਨਾਮ ਨਾਲ ਵੀ ਜਿਹੜਾ ਜਾਣਿਆ ਜਾਂਦਾ ਹੈ। ਸੋ 2 ਨਾਮ ਨੇ ਇਸ ਦੇ, ਠੀਕ ਹੈ। ਸੋ ਇਹ ਤਕਰੀਬਨ 1830 ਦੇ ਵਿੱਚ ਲਿਖੀ ਗਈ ਸੀ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਜਿੱਤਾਂ ਹੈ ਉਸ ਦਾ ਵਰਣਨ ਕੀਤਾ ਗਿਆ ਸੀ ਅਤੇ ਸ਼ਰੀਫੀ ਦੇ ਕੁੱਲ 38 ਬੰਦ ਜਿਹੜੇ ਇਸ ਦੇ ਵਿੱਚ ਇਸਤੇਮਾਲ ਕੀਤੇ ਗਏ ਸੀ। ਇਸ ਸ਼ਰੀਫੀ ਦੇ ਵਿੱਚ ਬੈਂਤ ਤੇ ਦੋਹਰੇ ਛੰਦ ਦਾ ਪ੍ਰਯੋਗ ਕੀਤਾ ਹੋਇਆ ਹੈਗਾ ਗਾ। ਐਂਡ ਨੈਕਸਟ ਹੈ ਵਾਰ ਸਰਦਾਰ ਹਰੀ ਸਿੰਘ ਨਲਵਾ। ਸੋ ਇਸ ਵਾਰ ਦਾ ਕਰਤਾ ਜਿਹੜਾ ਉਹ ਕਿੱਸਾ ਘਰ ਕਾਦਰਯਾਰ ਰਿਹਾ ਹੈਗਾ ਗਾ। ਸੋ ਇੰਪੋਰਟੈਂਟ ਹੈ। ਇਸ ਵਾਰ ਦੇ ਵਿੱਚ ਸਰਦਾਰ ਹਰੀ ਸਿੰਘ ਦੀ ਜਮਰੌਦ ਦੀ ਜਿਹੜੀ ਲੜਾਈ ਸੀਗੀ ਉਸ ਦਾ ਵਰਣਨ ਮਿਲਦਾ ਹੈ ਔਰ ਇਸ ਵਾਰ ਦੇ ਵਿੱਚ ਵੀਰ ਰਸ ਦੇ ਨਾਲ ਨਾਲ ਕਰੋਨਾ ਰਸ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਪ੍ਰਯੋਗ ਕੀਤਾ ਗਿਆ ਹੈ ਅਤੇ ਕੁੱਲ ਇਸ ਦੇ ਵਿੱਚ 30 ਬੰਦ ਜਿਹੜੇ ਉਹ ਮਿਲਦੇ ਹੈਗੇ, ਯਾਨੀ ਕਿ 30 ਬੰਦਾਂ ਦੇ ਵਿੱਚ ਲਿਖਿਆ ਗਿਆ ਹੈ। ਇਸ ਵਾਰ ਦੇ ਵਿੱਚ ਫਾਰਸੀ ਸ਼ਬਦਾਵਲੀ ਦੀ ਵਰਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਹੈ। ਨੈਕਸਟ ਹੈ ਬੈਂਤਾ ਸ਼ੇਰਾ ਸਿੰਘ ਕੀਆਂ। ਇਸ ਦਾ ਕਰਤਾ ਜਿਹੜਾ ਹੈ ਉਹ ਕਵੀ ਨਿਹਾਲ ਸਿੰਘ ਸੀਗਾ ਔਰ ਇਸ ਰਚਨਾ ਦੇ ਵਿੱਚ ਸੰਧਾਂ ਵਾਲੀਆ ਸਰਦਾਰ ਅਜੀਤ ਸਿੰਘ ਤੇ ਲਹਿਣਾ ਸਿੰਘ ਤੇ ਦੁਬਾਰਾ ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਦੇ ਕਤਲ ਕੀਤੇ ਜਾਣ ਦੀ ਘਟਨਾ ਦਾ ਜਿਹੜਾ ਚਿਤਰਨ ਹੈ, ਜੋ ਕਿ 1843 ਦੇ ਵਿੱਚ ਲਿਖੀ ਹੋਈ ਮੰਨੀ ਜਾਂਦੀ ਹੈਗੀ ਆ ਔਰ ਕੁੱਲ ਇਸ ਦੇ ਵਿੱਚ 34 ਬੰਦ ਨੇਗੇ। ਹਰ ਬੰਦ ਨੂੰ 4 ਤੁਕਾਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਰਚਨਾ ਦੇ ਵਿੱਚ ਵੀਰ ਰਸ ਦਾ ਜਿਹੜਾ ਉਹ ਅਭਾਵ ਰਹਿੰਦਾ ਹੈ, ਮੀਨਜ਼ ਵੀਰ ਰਸ ਨਹੀਂ ਹੈਗਾ ਗਾ। ਇਹ ਰਚਨਾ ਸਾਹਿਤ ਦੇ ਨਾਲੋਂ ਇਤਿਹਾਸ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਮਹੱਤਵ ਰੱਖਦੀ ਹੈਗੀ ਆ। ਓਕੇ, ਸੋ ਇਹ ਸੀ ਅੱਜ ਦੀਆਂ ਸਾਡੀਆਂ ਪ੍ਰਮੁੱਖ ਵਾਰਾਂ, ਜਿਸ ਦੇ ਵਿੱਚ ਆਪਾਂ ਪੂਰੇ ਦੇ ਪੂਰੇ ਜਿੰਨੇ ਵੀ ਵਾਰਾਂ ਸੀ ਉਹਨਾਂ ਨੂੰ ਜ਼ਿਕਰ ਕੀਤਾ ਹੈ, ਜਿਸ ਦੇ ਵਿੱਚੋਂ ਤੁਹਾਨੂੰ ਪੂਰੀ ਸੰਭਾਵਨਾ ਰਹੇਗੀ ਕਿ ਕੋਈ ਨਾ ਕੋਈ ਕੁਐਸਚਨ ਜ਼ਰੂਰ ਆਵੇਗਾ। ਸੋ 1 ਨੰਬਰ ਹੈ ਪੱਕਾ ਹੀ ਹੋ ਜਾਵੇਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।